ਬਾਰਡਰ ਤੇ ਕਤਲ ਦੀ ਵਾਰਦਾਤ ਦੀ ਸਿਫਤ ਕਿਸਾਨ ਮੋਰਚੇ ਨੇ ਕੀਤੀ ਨਿਖੇਧੀ। ਕਿਹਾ ਕਿਸੇ ਵੀ ਧਿਰ ਦੇ ਨਾਲ ਨਹੀਂ ਤਾਲੁਕ, ਪਰ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ। ਮੋਰਚਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਕਰਦਾ ਹੈ ਵਿਰੋਧ। ਨਿਹੰਗਾਂ ਨੇ ਕੈਮਰੇ ਸਾਹਮਣੇ ਕਬੂਲੀ ਕਤਲ ਦੀ ਵਾਰਦਾਤ। ਕਿਹਾ ਬੇਅਦਬੀ ਦੀ ਕੋਸ਼ਿਸ਼ ਕਰ ਰਿਹਾ ਸੀ ਨੌਜਵਾਨ, ਬਾਣਾ ਪਾ ਕੇ ਕੀਤੀ ਅੰਗ ਭੰਗ ਕਰਨ ਦੀ ਕੋਸ਼ਿਸ਼, ਇਸੇ ਲਈ ਗੁੱਟ ਤੇ ਲੱਤ ਵੱਢ ਕੇ ਉਤਾਰਿਆ ਮੌਤ ਦੇ ਘਾਟ। ਸਿੰਘੂ ਦੀ ਬੇਰਹਿਮ ਵਾਰਦਾਤ ਤੋਂ ਬਾਅਦ ਬੀਜੇਪੀ ਨੇ ਅੰਦੋਲਨ ਤੇ ਚੁੱਕੇ ਸਵਾਲ। ਅਮਿਤ ਮਾਲਵੀਆ ਬੋਲੇ ਅੰਦੋਲਨ ਦੇ ਨਾਂ ਤੇ ਹੋ ਰਹੀ ਹਿੰਸਾ, ਬਲਾਤਕਾਰ ਤੇ ਕਤਲ, ਅਸ਼ਾਂਤੀ ਫੈਲਾਉਣ ਵਾਲੇ ਲੋਕ ਕਿਸਾਨਾਂ ਨੂੰ ਕਰ ਰਹੇ ਬਦਨਾਮ। ਫਰੀਦਕੋਟ ਪਹੁੰਚੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਸਾਨਾਂ ਨੂੰ ਕੀਤੀ ਅਪੀਲ। ਕਿਹਾ ਸਿਰਫ ਧਰਨੇ ਦੇਣ ਦੇ ਨਾਲ ਨਹੀਂ ਹੱਲ ਹੋਣਗੇ ਮਸਲੇ। ਸਰਕਾਰ ਨੂੰ ਉਸ ਦੀ ਭਾਸ਼ਾ ਦੇ ਵਿੱਚ ਦੇਣਾ ਪਵੇਗਾ ਜਵਾਬ, ਲਾਉਣੀ ਪਵੇਗੀ ਰਾਜਨੀਤਿਕ ਤਬਦੀਲੀ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸਿੰਘ ਔਰ ਸਿੰਘੂ ਬਾਰਡਰ ਤੇ ਹੋਈ ਬੇਰਹਿਮ ਵਾਰਦਾਤ ਤੋਂ ਹੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ, ਜਿਸ ਦੇ ਵਿੱਚ ਵੱਡੀ ਖਬਰ ਆਈ ਹੈ। ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਕਿ ਜ਼ਿਆਦਾ ਖੂਨ ਵਹਿਣ ਦੇ ਨਾਲ ਲਖਬੀਰ ਦੀ ਮੌਤ ਹੋਈ ਹੈ। ਤੇਜ਼ਧਾਰ ਹਥਿਆਰ ਦੇ ਨਾਲ ਹੱਥ ਜਿਹੜਾ ਵੱਖ ਕਰ ਦਿੱਤਾ ਗਿਆ ਸੀ। ਸਰੀਰ ਤੇ 10 ਤੋਂ ਜ਼ਿਆਦਾ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਨੇ, ਜੋ ਪੋਸਟਮਾਰਟਮ ਦੀ ਰਿਪੋਰਟ ਦੱਸ ਰਹੀ ਹੈ। ਸਰੀਰ ਤੇ ਰਗੜਾਂ ਦੇ ਨਿਸ਼ਾਨ ਨੇ, ਔਰ ਇਹ ਵੀ ਕਿਉਂਕਿ ਜਾਣਕਾਰੀ ਕਿ 100 ਮੀਟਰ ਤੱਕ ਘੜੀਸਿਆ ਗਿਆ ਸੀ। ਲਖਬੀਰ ਨੂੰ ਸੋਨੀਪਤ ਦੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ। ਇਹ ਵੀ ਜਾਣਕਾਰੀ ਹੈ ਪੋਸਟਮਾਰਟਮ ਦੇ ਵਿੱਚ ਕਿ ਹੱਥ ਜਿਹੜਾ ਵੱਖ ਕੀਤਾ ਗਿਆ ਸੀ, ਪਰ ਲੱਤ ਤੇ ਸੱਟ ਜ਼ਰੂਰ ਮਾਰੀ ਗਈ, ਯਾਨੀ ਕਿ ਉਹ ਤੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਵੱਖ ਨਹੀਂ ਸੀ। ਸੋ ਕੁੱਲ ਮਿਲਾ ਕੇ ਰਿਪੋਰਟ ਦੇ ਵਿੱਚ ਜ਼ਿਆਦਾਤਰ ਖੁਲਾਸੇ ਹੋ ਚੁੱਕੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕਿਸ ਤਰ੍ਹਾਂ ਦੇ ਨਾਲ ਲਖਬੀਰ ਦੇ ਸਰੀਰ ਨੂੰ ਨੁਕਸਾਨ ਪਹੁੰਚਾਇਆ ਗਿਆ, ਕਿਉਂਕਿ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਜਿਹੜੇ ਨੇ ਉਹ ਕਈ ਸਨ ਉਸ ਵੇਲੇ ਵੀ। ਜਦੋਂ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਸੀ। ਪਰ ਪੋਸਟਮਾਰਟਮ ਰਿਪੋਰਟ ਕੀ ਕਹਿ ਰਹੀ ਹੈ, ਉਹ ਸਭ ਕੁਝ ਅਹਿਮ ਜਾਂਚ ਦਾ ਵਿਸ਼ਾ ਹੁੰਦਾ। ਖਾਸ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਇੱਕ ਮੁੱਖ ਹਿੱਸਾ ਹੁੰਦਾ ਪੋਸਟਮਾਰਟਮ ਦੀ ਰਿਪੋਰਟ, ਜਿਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ। ਕਿਉਂਕਿ ਕਹਿਣ ਨੂੰ ਕਥਨੀ ਦੇ ਵਿੱਚ ਜਿਹੜਾ ਉਹ ਇੱਕ ਵੱਖਰਾ ਫਰਕ ਹੁੰਦਾ ਹੈ। फोन लाइन पे साढ़े ना पत्रकार नितिन अंतिल। जी नितिन, क्या कुछ जानकारी आपके पास आगे इन्वेस्टिगेशन को लेकर पोस्टमार्टम रिपोर्ट आई है? सामने आई है, उसमें ये कारण सामने सबसे पहले निकल कर आया है कि युवक की जो मौत है वो चोट और ज्यादा खून बहने की वजह से हुई है और हथियार से हमला किया गया है। शरीर पर एक नहीं बल्कि 10 से ज्यादा चोट के निशान मिले हैं। वहीं जो मौत है सुबह 5 बजे की बताई जा रही है घटना, और शरीर पर चोट के निशान के अलावा रस्सियों से बंधा हुआ था और शरीर पर रगड़ने 2 से 2.5 घंटे तक पोस्टमार्टम चला है जी। एक हाथ कटा था और बाकी शरीर पर अलग अलग बिल्कुल, और जिस तरह से पैर भी कटा हुआ था लेकिन अलग नहीं था। बाकी शरीर से अलग अलग जो बात की जाए, जिस तरह से चोट के निशान पाए गए हैं छोटे वो 50 से ज्यादा हैं, तो कहीं ना कहीं जो है बहुत बेरहमी से हत्या की गई है। हालांकि जो संयुक्त किसान मोर्चा के नेता हैं वो भी सामने आए हैं, पीस प्रेस कॉन्फ्रेंस उन्होंने भी कर दी है और उनका ये कहना है कि निष्पक्ष जांच की जाए और जो भी इसमें दोषी है निहंग जो भी हो उसको सजा मिले। वहीं उन्होंने एक दावा ये भी किया है कि वो आत्मसमर्पण के लिए तैयार हैं, लेकिन वो ऐसे करेंगे इसका खुलासा नेताओं ने नहीं किया है। जी ठीक है नितिन, फिलहाल बहुत बहुत शुक्रिया तमाम जानकारी के लिए, धन्यवाद। मृतक की पोस्टमार्टम रिपोर्ट आ गई है, लखबीर की पोस्टमार्टम रिपोर्ट आ गई है। दस दईए कि पंजाब के तरनताਰਨ ਦਾ ਰਹਿਣ ਵਾਲਾ ਹੈ मृतक, और उसकी पोस्टमार्टम रिपोर्ट ਦੇ ਵਿੱਚ ਸਾਹਮਣੇ ਆਇਆ ਕਿ ਆਖਿਰਕਾਰ 10 ਤੋਂ ਜ਼ਿਆਦਾ ਸੱਟਾਂ ਦੇ ਨਿਸ਼ਾਨ ਨੇ ਔਰ ਜ਼ਿਆਦਾ ਖੂਨ ਵਹਿਣ ਦੇ ਨਾਲ ਉਸਦੀ ਮੌਤ ਹੋਈ ਹੈ। ਸੁਭਾਵਿਕ ਤੌਰ ਤੇ ਜੋ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ, ਪਰ ਜੋ ਪੋਸਟਮਾਰਟਮ ਰਿਪੋਰਟ ਕਹਿ ਰਹੀ ਉਸ ਤੋਂ ਬਾਅਦ ਜਾਂਚ ਅੱਗੇ ਵਧੇਗੀ ਔਰ ਉਸੇ ਰਿਪੋਰਟ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ। ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਕਿ ਉਹਨਾਂ ਦੇ ਕੋਲ ਵੀ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਹਨ, ਸੋ ਉਸਦੇ ਬਿਹਾਫ ਤੇ ਵੀ ਉਹਨਾਂ ਦੇ ਵੱਲੋਂ ਅੱਗੇ ਇਨਵੈਸਟੀਗੇਸ਼ਨ ਹੋਏਗੀ। ਪਰ ਪੋਸਟਮਾਰਟਮ ਰਿਪੋर्ट ਦਾ ਆਣਾ ਬੇहद ਜ਼ਰੂਰੀ ਹੁੰਦਾ ਹੈ, ਕਿਉਂਕਿ ਕਹਿਣ ਨੂੰ ਵੱਡਾ ਫਰਕ ਹੁੰਦਾ ਹੈ, ਪਰ ਜੋ ਪੋਸਟਮਾਰਟਮ ਰਿਪੋर्ट ਕਹਿੰਦੀ ਹੈ ਉਸ ਤੋਂ ਬਾਅਦ ਹੀ ਬਰੀਕੀ ਦੇ ਨਾਲ ਜਾਂਚ ਹੁੰਦੀ ਹੈ। ਔਰ ਸਿੱਧਾ ਚੱਲਦਿਆਂ तो साफ तौर पर दस दिए कि ਸਿੰਘੂ ਬਾਰਡਰ ਤੇ ਬੇਰਹਿਮ ਵਾਰਦਾਤ ਹੋਈ। ਨਿਹੰਗਾਂ ਨੇ ਕਤਲ ਦੀ ਵਾਰਦਾਤ ਜਿਹੜੀ ਹੈ ਉਹ ਕਬੂਲੀ ਨਿਊਜ਼ 18 ਲਗਾਤਾਰ ਘਟਨਾ ਵਾਲੀ ਥਾਂ ਤੋਂ ਲਾਈਵ ਰਿਪੋਰਟਿੰਗ ਕਰ ਰਿਹਾ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ, ਜੋ ਕਿ ਨਿਹੰਗ ਸਿੰਘ ਦੇ ਨਾਲ ਨੇ। ਔਰ ਸਿੱਧਾ ਚੱਲਦੇ ਹਾਂ ਕਿ ਆਖਿਰਕਾਰ ਕੀ ਕੁਝ ਇਸ ਵੇਲੇ ਦੀ ਗਰਾਊਂਡ ਰਿਪੋਰਟ ਹੈ ਨਪਿੰਦਰ, ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਹੁਣ ਤਾਂ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ।
ਜੀ ਦੇਖੋ ਬਿਲਕੁਲ ਅਸੀਂ ਉਸੇ ਜਗ੍ਹਾ ਮੌਜੂਦ ਹਾਂ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ। ਪਿੱਛੇ ਤੁਹਾਨੂੰ ਉਹ ਜਗ੍ਹਾ ਦਿਖਾ ਦਈਏ, ਸਥਾਨ ਜਿੱਥੇ ਨਿਹੰਗ ਸਿੰਘਾਂ ਨੇ ਛਾਉਣੀ ਬਣਾਈ ਹੋਈ ਹੈ, ਜਿੱਥੋਂ ਗ੍ਰੰਥ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੋਂ ਦੱਸਿਆ ਜਾ ਰਿਹਾ ਹੈ ਕਿ ਜਿਸ ਦਾ ਕਤਲ ਹੋਇਆ ਉਸ ਸ਼ਖਸ ਨੇ ਇਸ ਜਗ੍ਹਾ ਤੋਂ ਗ੍ਰੰਥ ਹੈ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਚੋਰੀ ਕੀਤਾ। ਉਸ ਤੋਂ ਬਾਅਦ ਪੂਰੇ ਘਟਨਾਕ੍ਰਮ ਵਾਪਰਨ ਤੋਂ ਮਗਰੋਂ ਉਸ ਦੀ ਜਿਹੜੀ ਲਾਸ਼ ਤੁਸੀਂ ਦੇਖਦੇ ਹੋ ਕਿ ਇੱਕ ਵੀਡੀਓ ਦੇ ਵਿੱਚ ਲਟਕਦੀ ਹੋਈ ਨਜ਼ਰ ਆ ਰਹੀ ਹੈ, ਤਾਂ ਉਹ ਇਸੇ ਜਗ੍ਹਾ ਤੇ ਇੱਥੇ ਬੈਰੀਕੇਡ ਇੱਕ ਪਿਆ ਹੋਇਆ ਸੀ, ਉਸ ਦੇ ਨਾਲ ਉਹ ਲਾਸ਼ ਲਟਕ ਰਹੀ ਸੀ। ਤਾਂ ਉਸ ਵੇਲੇ ਜਿਹੜੀ ਜਥੇਬੰਦੀ ਇੱਥੇ ਸੇਵਾ ਕਰ ਰਹੀ ਹੈ ਜਾਂ ਜਿਹੜੀ ਜਥੇਬੰਦੀ ਨੇ ਉਸ ਸ਼ਖਸ ਨੂੰ ਫੜਿਆ ਸੀ ਔਰ ਜੋ ਕੁਝ ਘਟਨਾਕ੍ਰਮ ਵਾਪਰਿਆ, ਸਾਡੇ ਨਾਲ ਉਸ ਜਥੇਬੰਦੀ ਦੇ ਨਿਹੰਗ ਸਿੰਘ ਔਰ ਬਾਬਾ ਬਲਵਿੰਦਰ ਸਿੰਘ ਜਿਹੜੇ ਮੁਖੀ ਨੇ ਇਸ ਜਥੇਬੰਦੀ ਦੇ, ਉਹ ਵੀ ਨਾਲ ਨੇ ਔਰ ਬਾਕੀ ਨਿਹੰਗ ਸਿੰਘ ਜਿਹੜੇ ਉਸ ਵੇਲੇ ਇਸ ਘਟਨਾਕ੍ਰਮ ਦੇ ਦੌਰਾਨ ਮੌਜੂਦ ਸੀ ਉਹ ਵੀ ਸਾਡੇ ਨਾਲ ਨੇ। ਪਹਿਲਾਂ ਬਾਬਾ ਬਲਵਿੰਦਰ ਸਿੰਘ ਹੋਰਾਂ ਨਾਲ ਗੱਲ ਕਰਦੇ ਹਾਂ। ਬਾਬਾ ਜੀ, ਜੋ ਕੁਝ ਹੋਇਆ, ਜਿਸ ਤਰ੍ਹਾਂ ਦੀ ਘਟਨਾ ਅੱਜ ਵਾਪਰੀ ਹੈ, ਕੀ ਕਹੋਗੇ? ਜੀ ਮੇਰੇ ਤੋਂ ਪੁੱਛਣਾ ਕਿ ਤੁਸੀਂ ਸਾਰਿਆਂ ਤੋਂ ਪੁੱਛਣਾ? ਬਾਬਾ ਜੀ ਲੋਕ ਨਹੀਂ ਜੇ ਮੇਰੇ ਤੋਂ ਪੁੱਛਣਾ ਮੈਂ ਦੱਸ ਦੇਣਾ, ਜੇ ਸਾਰਿਆਂ ਤੋਂ ਪੁੱਛਣਾ ਫਿਰ ਮੇਰੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ। ਬਸ ਬਾਬਾ ਜੀ ਤੁਹਾਡੇ ਤੋਂ ਔਰ ਜਿਹੜੇ ਉਹ ਸਿੰਘ ਸਾਹਿਬ ਕੋਲੇ ਸੀ ਉਸ ਵੇਲੇ ਦੋਨਾਂ ਨਾਲ ਗੱਲ। ਸਾਡਾ ਦੋਨਾਂ ਦਾ ਫਰਕ ਨਹੀਂ ਹੈਗਾ, ਕੋਈ ਇੱਕੋ ਸਾਡਾ ਸਿੰਘ। ਜੀ ਦੱਸੋ। ਹਾਂਜੀ ਬੋਲੋ, ਪੁੱਛੋ। ਤੇ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਬਾਬਾ ਜੀ? ਕੀ ਇਹ ਘਟਨਾ ਨੂੰ ਕਿਵੇਂ ਦੇਖਣਾ? ਜੇ ਗੁਰੂ ਗ੍ਰੰਥ ਸਾਹਿਬ ਕਿਸੇ ਦੇ ਪਿਓ ਦੀ ਪੱਗ ਨੂੰ ਹੱਥ ਪਾਵੇ, ਉਹ ਕਿਵੇਂ ਦੇਖਦਾ ਹੁੰਦਾ ਬੰਦਾ, ਉਸ ਤਰ੍ਹਾਂ ਅਸੀਂ ਦੇਖਿਆ। ਉਹ ਸ਼ਖਸ ਕੌਣ ਸੀ? ਕਦੋਂ ਤੋਂ ਇੱਥੇ ਜਥੇਬੰਦੀ ਦੇ ਨਾਲ ਰਹਿ ਰਿਹਾ ਸੀ? ਇਹ ਜਥੇਬੰਦੀ ਨਾਲ ਬੜੇ ਚਿਰ ਤੋਂ ਨਹੀਂ ਡਰ ਰਿਹਾ ਸੀ, ਉਹ ਤਾਂ ਆਉਂਦਾ ਜਾਂਦਾ ਸੀ ਇੱਥੇ। ਗੁਰੂ ਘਰ ਆ, ਸਭ ਦਾ ਸਾਂਝਾ, ਕੋਈ ਵੀ ਆ ਸਕਦਾ। ਪਰ ਇਹ ਸਭ ਵਾਪਰਿਆ ਕਿਵੇਂ ਬਾਬਾ ਜੀ? ਕਿਵੇਂ ਪਤਾ ਲੱਗਿਆ ਕਿ ਇਹ ਘਟਨਾ ਵਾਪਰੀ ਹੈ? ਜਦੋਂ ਸਵੇਰ ਕਿਵੇਂ ਪਤਾ ਲੱਗਿਆ ਔਰ ਉਸ ਬੰਦੇ ਦੀ ਭਾਲ ਕਿਵੇਂ ਹੋਈ? ਭਾਲ ਇਸ ਤਰ੍ਹਾਂ ਹੋਈ ਵੀ ਉਹ ਜਦੋਂ ਗ੍ਰੰਥੀ ਸਿੰਘ ਮਾਰ ਆਪਣਾ ਇਹ ਨਿਤ ਇਸ਼ਨਾਨ ਪਾਣੀ ਕਰਨ ਗਿਆ, ਉਹ ਅੰਦਰ ਵੜ ਕੇ ਪਾਲਕੀ ਸਾਹਿਬ ਦੇ, ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰਬਲੋਹ ਦਾ ਗ੍ਰੰਥ ਚੁੱਕਿਆ ਤੇ ਉਹ ਦੌੜ ਗਿਆ। ਤੇ ਫਿਰ ਉਹ ਸਿੰਘਾਂ ਨੇ ਜਾ ਕੇ ਫੜ ਲੈਂਦਾ ਉਹਨੂੰ, ਤੇ ਜਦੋਂ ਸਿੰਘਾਂ ਨੇ ਫੜਿਆ, ਦੁਨੀਆ ਇਕੱਤਰ ਹੋ ਗਈ, ਲੋਕ ਇਕੱਠੇ ਹੋ ਗਏ, ਕੁੱਟਣਾ ਮਾਰਨਾ ਸ਼ੁਰੂ ਕਰਤਾ ਉਹਨੂੰ। ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਤਾਂ ਇਹ ਬਾਬਾ ਜੀ ਸਭ ਤੋਂ ਪਹਿਲਾਂ ਸਵੇਰੇ ਜਦੋਂ ਮੱਥਾ ਟੇਕਣ ਗਏ, ਕਹਿੰਦੇ ਕਿ ਇਹ ਉੱਥੇ ਉਸ ਵੇਲੇ ਮੌਜੂਦ ਸੀ। ਸਿੰਘ ਸਾਹਿਬ, ਜਦੋਂ ਪੂਰੀ ਘਟਨਾ ਵਾਪਰੀ ਹੈ ਤੁਸੀਂ ਉਹਦੇ ਇੱਥੇ ਜਗ੍ਹਾ ਮੌਜੂਦ ਸੀ ਜੀ? ਤੁਸੀਂ ਦੱਸਦੇ ਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਕਿ ਗ੍ਰੰਥ ਜਿਹੜਾ ਹੈਗਾ ਛਾਉਣੀ ਦੇ ਵਿੱਚ ਨਹੀਂ ਹੈ? ਨਹੀਂ, ਹਾਂਜੀ ਜੀ। ਮੈਨੂੰ ਦੱਸੋਗੇ ਕੀ ਹੋਇਆ ਕੀ ਸੀ? ਅੰਦਰ ਜਾ ਕੇ ਜਦੋਂ ਦੇਖਿਆ ਦਰਬਾਰ ਦੇ ਬਾਹਰਲੇ ਜਿਹੜੇ ਆ ਪਰਦੇ ਆ ਖੁੱਲੇ ਸੀਗੇ, ਜਦੋਂ ਆਪਾਂ ਪਾਲਕੀ ਸਾਹਿਬ ਦੇ ਫਿਰ ਅੰਦਰ ਗਏ ਆ ਦਰਬਾਰ ਦੇ, ਤੇ ਜਾ ਕੇ ਜਦੋਂ ਦੇਖਿਆ ਲਾਈਟ ਜਗਾਈ ਆ ਤੇ ਸਾਹਮਣੇ ਖਲਾਰਾ ਪਿਆ ਸੀਗਾ। ਸਾਹਮਣੇ ਜਿਹੜਾ ਦਸਮ ਗ੍ਰੰਥ ਹੈ, ਪੋਥੀ ਹੈ, ਉਹਨਾਂ ਦੇ ਉੱਪਰ ਜਿਹੜਾ ਰਮਾਲਾ ਨਹੀਂ ਸੀਗਾ। ਆਦਿ ਗ੍ਰੰਥ ਦਾ ਆਪਾਂ ਪ੍ਰਕਾਸ਼ ਨਹੀਂ ਨਾ ਕੀਤਾ ਸੀ, ਅਸੀਂ ਜਾਣਾ ਸੀਗਾ ਇਸ਼ਨਾਨ ਪਾਣੀ ਕਰਕੇ ਅੱਜ ਪ੍ਰਕਾਸ਼ ਕਰਨਾ। ਤੇ ਜਿਹੜਾ ਸਰਬਲੋਹ ਦੀ ਪੋਥੀ ਪਈ ਆ ਪੀੜੇ ਤੇ, ਉਹ ਜਿਹੜੀ ਉਹਨੇ ਉਠਾ ਕੇ ਤੇ ਇੱਕ ਕਿਰਪਾਨ ਜਿਹੜੀ ਅੱਗੇ ਰੱਖਦੇ ਆਪਾਂ ਦਰਸ਼ਨੀ ਰੱਖਦੇ ਆ, ਉਹ ਲੈ ਕੇ ਉਹ ਇਧਰ ਨੂੰ ਚਲੇ ਗਿਆ ਆ ਹਸਪਤਾਲ ਨੂੰ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਤੁਸੀਂ ਬਾਕੀ ਸਿੰਘਾਂ ਨੂੰ ਇਕੱਠੇ ਕੀਤਾ ਜਾਂ ਤੁਸੀਂ ਖੁਦ ਉਹਦੇ ਪਿੱਛੇ ਭੱਜੇ? ਕਿਤੇ ਨੂੰ ਮੈਂ ਦੱਸ ਦਿੱਤਾ ਜੀ ਸਾਰਾ ਕੁਝ। ਉਹ ਵਾਪਸੀ ਆ ਰਿਹਾ ਸੀਗਾ ਉੱਥੇ ਪੋਥੀ ਰੱਖ ਕੇ, ਤੇ ਫਿਰ ਉਹਨੂੰ ਅਸੀਂ ਹਸਪਤਾਲ ਦੇ ਸਾਹਮਣੇ ਉਹਨੂੰ ਇਦਾਂ ਤਲਵਾਰ ਉਹਦੇ ਕੋਲ ਫੜੀ ਆ। ਉਹਨੂੰ ਪੁੱਛਿਆ ਵੀ ਤਲਵਾਰ ਕਿੱਥੋਂ ਲਈ ਆ? ਉਹਨੇ ਫਿਰ ਦੱਸਿਆ ਵੀ ਉੱਥੋਂ ਲੈ ਕੇ ਆਂਦੀ ਆ। ਫਿਰ ਉਹਨੇ ਕਿਹਾ ਵੀ ਪੋਥੀ ਕਿੱਥੇ ਆ? ਫਿਰ ਉਹਨੂੰ ਪੋਥੀ ਵੀ ਪੁੱਛਿਆ। ਉਹਨੇ ਚਿਰ ਨੂੰ ਫਿਰ ਸਾਡੇ ਹੋਰ ਲਾਗੇ ਆ ਗਏ, ਉਹਨਾਂ ਨੇ ਦੱਸਿਆ ਵੀ ਕਿਤਾਬਾਂ ਵਾਲੇ ਆ ਗਏ, ਹੋਰ ਆ ਗਏ ਵੀ। ਉਹਨਾਂ ਨੇ ਕਿਹਾ ਵੀ ਸਾਡੀਆਂ ਵੀ ਬੇਅਦਬੀਆਂ ਇਹਨੇ ਇਸ ਤਰ੍ਹਾਂ ਕਰਦਾ ਇਹ। ਤਾਂ ਜੋ ਉਸ ਤੋਂ ਬਾਅਦ ਜਿਹੜਾ ਉਸ ਤੇ ਹਮਲਾ ਹੋਇਆ ਜਾਂ ਵਾਰ ਹੋਇਆ, ਉਹ ਉੱਥੇ ਹੀ ਹੋਇਆ ਜਾਂ ਫਿਰ ਇੱਥੇ ਲਿਆ ਕੇ ਉਹਨੂੰ ਤੁਰੇ ਜਾਂਦੇ ਹੁਣ, ਜਿੱਦਾਂ ਹੁਣ ਆਪਾਂ ਇੱਥੋਂ ਤੁਰੇ ਜਾਂਦੇ ਆ, ਪਤਾ ਲੱਗ ਗਿਆ ਉਹਨੂੰ, ਲੱਗ ਗਿਆ ਦੂਜੇ ਨੂੰ, ਲੱਗ ਗਿਆ ਜੀ ਸਾਰੇ। ਫਿਰ ਉਹ ਸਾਰਿਆਂ ਨੇ ਰੋਸ ਜਤਾਇਆ ਜੀ, ਫਿਰ ਉਹਨੇ ਬਹੁਤ ਮਾਰ ਪਈ ਹੈ। ਕਿੰਨਾ ਕੁ ਇਕੱਠ ਹੋ ਗਿਆ ਸੀ ਉਸ ਵੇਲੇ? ਕਾਠਾ ਦੇ ਲੋ ਹੁਣ ਤੁਹਾਡੇ ਸਾਹਮਣੇ ਕਿੰਨਾ ਹੋ ਗਿਆ, ਤੇ ਜੇ ਉਸ ਸਮੇਂ ਤੇ ਬੇਅਦਬੀ ਬਾਰੇ ਪਤਾ ਲੱਗਦਾ ਕਿੰਨਾ ਹੋ ਸਕਦਾ, ਤੁਹਾਨੂੰ ਪਤਾ ਹੀ ਹੈ, ਤੁਹਾਡੇ ਸਾਹਮਣੇ ਹੋਇਆ। ਹਾਂ, ਮੋਰਚਾ ਹੱਲ ਹੋਇਆ, ਵੀਡੀਓ ਥਾਂ ਬਣੀਆਂ ਹੋਈਆਂ, ਵਾਇਰਲ ਹੋਈਆਂ ਪਈਆਂ। ਔਰ ਪੁਲਿਸ ਵੀ ਆਈ ਹੋਏਗੀ, ਉਹਨਾਂ ਨੇ ਤੁਹਾਡੇ ਤੋਂ ਪੁੱਛਗਿੱਛ ਕੀਤੀ ਹੋਊਗੀ। ਪੁਲਿਸ ਨੂੰ ਤੁਸੀਂ ਕੀ ਦੱਸਿਆ ਕਿ ਉਸ ਵੇਲੇ ਤੁਸੀਂ ਸਾਰੇ ਇੱਥੇ ਸੀ? ਪੁਲਿਸ ਨੂੰ ਸਾਰਿਆਂ ਨੇ ਆਪਣੇ ਦੱਸਿਆ ਹੀ, ਸਭ ਜਥੇਬੰਦੀਆਂ ਨੂੰ, ਨਿਹੰਗ ਸਿੰਘਾਂ ਨੂੰ, ਆਪਣੇ ਜਥੇਦਾਰਾਂ ਨੂੰ ਪੁੱਛਿਆ ਸਾਰੇ। ਉਹ ਤੁਹਾਡੇ ਸਾਹਮਣੇ ਸਪੀਚਾਂ ਹੋਈਆਂ, ਸਾਹਮਣੇ ਆਈਆਂ ਤੁਹਾਡੇ। ਜਿਹੜਾ ਵਾਰ ਹੋਇਆ ਜਾਂ ਕਿਹਾ ਜਾ ਰਿਹਾ ਹੈ ਕਿ ਉਹਨੂੰ ਸੋਧਾ ਲਾਇਆ, ਸਿੰਘ ਸਾਹਿਬ ਬੋਲ ਰਹੇ ਸੀ ਕਿ ਉਹਨੂੰ ਸੋਧਾ ਲਾਇਆ ਗਿਆ, ਤਾਂ ਹੱਥ ਤੇ ਵਾਰ ਹੋਇਆ, ਲੱਤ ਤੇ ਵਾਰ ਹੋਇਆ, ਉਹ ਕਿਹਨਾਂ ਦੇ ਵੱਲੋਂ, ਤੁਹਾਡੇ ਵੱਲੋਂ ਕੀਤਾ ਗਿਆ? ਉਹ ਤਾਂ ਦੇਖੋ ਇਹੀ ਗੱਲ ਹੈ ਨਾ। ਖੜ ਜਾ ਯਾਰ, ਰਹਿਣ ਦੇ ਅਸੀਂ ਨਹੀਂ ਕਰਨੀ ਯਾਰ। ਕਮਾਲ ਕਰਦੇ ਹੋ ਤੁਸੀਂ ਯਾਰ। ਕਿਉਂ ਜੀ? ਕੀ ਮਤਲਬ? ਤੁਸੀਂ ਯਾਰ ਕਮਾਲ ਕਰਦੇ ਹੋ। ਤਾਂ ਉਸ ਵੇਲੇ ਗੱਲ ਸੁਣੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਵੀ ਤਲਵਾਰ ਦਾ ਤੁਸੀਂ ਯਾਰ ਹਮਾਇਤੀ ਹੋ ਸਾਡੇ, ਕਿ ਤੁਸੀਂ ਸਾਡੇ ਦੁਖੀ ਹੋ? ਤਾਂ ਭੜਕੀ ਭੀੜ ਉਸ ਦੌਰਾਨ ਗੁੱਸੇ ਦੇ ਵਿੱਚ ਜੋ ਕੁਝ ਵਾਪਰਿਆ, ਭੀੜ ਨੇ ਕਰ ਦਿੱਤਾ ਯਾਰ ਕੰਮ। ਤੁਸੀਂ ਵਾਰ-ਵਾਰ ਉਹ ਗੱਲ ਦੇ ਉੱਤੇ ਲਿਆਉਂਦੇ ਹੋ। ਜੇ ਬੰਦੇ ਨੂੰ ਜਾਣਾ, ਤੁਸੀਂ ਬੰਦੇ ਨੂੰ ਯਾਰ ਖਿੱਚ ਕੇ ਉਹ ਗੱਲ ਲੈ ਜਾਂਦੇ ਨੇ, ਕਿਸੇ ਨੇ ਬਾਹਰ ਕਰਤਾ ਜਿਹਦੇ ਬਸ ਇੱਦੀ ਗੱਲ ਹੋਈ ਹੈ ਕਿ ਉਹ ਵਹੀ ਨਹੀਂ ਪਤਾ ਵੀ ਕਿਹਨੇ ਕਰਿਆ। ਬਸ ਠੀਕ ਆ, ਉਹ ਐ ਫੜੀ ਜਾਂਦੇ ਜੇ ਬਾਪ ਪਿੱਛੋਂ ਕਿਸੇ ਨੇ ਤਲਵਾਰ ਦਾ ਵਾਰ ਕਰਕੇ, ਉਹ ਬੰਦੇ ਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਚਲਾ ਗਿਆ। ਭੀੜ ਦੇ ਵਿੱਚ ਸਾਰਾ ਕੁਝ ਵਾਪਰਿਆ ਹੋਇਆ, ਸਾਰਾ ਕੁਝ ਭੀੜ ਦੇ ਵਿੱਚ ਹੋਇਆ ਜੀ। ਤੁਸੀਂ ਕੈਮਰਾਮੈਨ ਹੋ ਤੇ ਨਾਲ ਆ ਬਾਈ, ਤੁਸੀਂ ਮਤਲਬ ਕਿਸੇ ਗੱਡੀ ਮਾਰਦੇ ਹੋ,
ਗੱਡੀ ਮਾਰ ਦਿੰਦੇ ਹੋ ਤੇ ਆਟੋਮੈਟਿਕ ਜਿੰਨੀ ਭੀੜ ਆ, ਭਾਵੇਂ ਇਹਨੇ ਮੱਖੀ ਵੀ ਨਹੀਂ ਨਾ ਮਾਰੀ, ਉਹਨੇ ਵੀ ਆ ਕੇ ਤੁਹਾਨੂੰ ਮਾਰਨਾ ਆ। ਮਾਰਨਾ ਕਿ ਨਹੀਂ ਮਾਰਨਾ ਦੱਸੋ? ਹਾਂ ਜਾਂ ਨਾ ਜਵਾਬ ਦਿਓ। ਮਾਰੂਗਾ ਕਿ ਨਹੀਂ? ਤੁਸੀਂ ਮਾਰੂਗਾ ਨਾ ਆ ਕੇ। ਉਦਾਂ ਹੀ ਇੱਥੇ ਹੋਇਆ ਆ। ਹੋਰ ਦੱਸੋ, ਜੇ ਮਹਾਰਾਜ ਦੀ ਬੇਅਦਬੀ ਜਿਹੜਾ ਕਰਦਾ ਉਦਾਂ ਇਦਾਂ ਹੀ ਹੁੰਦਾ ਹੋਣਾ ਚਾਹੀਦਾ। ਠੀਕ ਨੇ ਜੀ ਅਸਲ ਫਿਰ ਜੀ ਬਰਗਾੜੀ ਕਾਂਡ ਦਾ ਇਨਸਾਫ ਨਹੀਂ ਮਿਲਿਆ ਜੀ। ਬਹੁਤ ਥਾਂ ਬਰਗਾੜੀ ਕਾਂਡ ਹੋਏ, ਸਾਨੂੰ ਕਿਸੇ ਇਨਸਾਫ ਨਹੀਂ ਮਿਲਿਆ। ਦੁਨੀਆ ਪਬਲਿਕ ਕੀ ਪਿਆ ਸਿੰਘ ਅਸੀਂ ਕਰਦੇ ਕੀ ਇਹਨਾਂ ਨੂੰ ਦੱਸੋ। ਜਿਹਨੂੰ ਬਾਰ-ਬਾਰ ਛੱਡੀ ਜਾਂਦੇ ਪ੍ਰਸ਼ਾਸਨ ਨੂੰ ਦੇ ਦਿੰਦੇ, ਪ੍ਰਸ਼ਾਸਨ ਉਸ ਤੋਂ ਬਾਅਦ ਫੇਰ ਛੱਡ ਦਿੰਦਾ। ਸਰੇਆਮ ਘੁੰਮ ਰਹੇ ਨੇ ਸਰਹੰਦ, ਇਹ ਸਾਲ ਨਹੀਂ ਹੋਇਆ ਬੇਅਦਬੀ ਨੂੰ, ਉਹ ਮੁੰਡਾ ਸਰੇਆਮ ਘੁੰਮ ਰਿਹਾ। ਅਜੇ ਤੱਕ ਤਰਖਾਣ ਮਾਜਰੇ ਬੇਅਦਬੀ ਹੋਇਆ ਜੀ, ਪੁਲਿਸ ਨੇ ਹਜੇ ਤੱਕ ਉਹਦਾ ਚਲਾਨ ਪੇਸ਼ ਨਹੀਂ ਕਰਿਆ ਹੈਗਾ। ਅਸੀਂ ਖੁਦ ਮੈਂ ਆਪ ਕਚਹਿਰੇ ਦੇ ਚੱਕਰ ਲਾਏ ਨੇ, ਮੈਂ ਜਾਂਦਾ ਰਿਹਾ, ਕੋਈ ਉਹਨੂੰ ਬਾਈ ਪੇਸ਼ ਵੀ ਨਹੀਂ ਕਰ ਰਹੇ। ਬਾਹਰ ਬੰਦਾ ਸਾਨੂੰ ਕਹਿੰਦੇ ਬਿੰਦਰਾ ਅਸੀਂ ਸਰੇਆਮ ਬਾਹਰ ਘੁੰਮਰਾ ਦੇਖ ਰਹੇ ਹਾਂ। ਤੈਨੂੰ ਇਨਸਾਫ ਨਹੀਂ ਮਿਲਿਆ, ਹੋਰ ਅਸੀਂ ਕਰਾਂਗੇ ਕਿ ਕਿਸੇ ਨੇ ਗਲਤ ਨਹੀਂ ਕਰਿਆ, ਜਿਹਨੇ ਕਰਿਆ ਉਹਨੂੰ ਧੰਨਵਾਦ, ਉਹਦਾ ਵਧੀਆ ਕਰਿਆ ਜੀ। ਇਹ ਦੋਖਿਆਂ ਨੂੰ ਇਦਾਂ ਹੀ ਸਜ਼ਾ ਮਿਲੂਗੀ। ਤੁਹਾਨੂੰ ਲੱਗਦਾ ਕਿ ਇਨਸਾਫ ਦੇ ਵਿੱਚ ਡਿਲੇ ਹੋਣਾ, ਦੇਰੀ ਹੋਣਾ, ਸ਼ਾਇਦ ਉਹਦੇ ਕਾਰਨ ਭੜਕੇ ਹੋਏ ਸੀ ਲੋਕ? ਇਹੀ ਗੱਲ ਹੈ ਜੀ। ਉਸ ਬੰਦੇ ਦਾ ਜਿਹਨੇ ਸੰਸਕਾਰ ਹੋਣ ਨਹੀਂ ਦਿੱਤਾ, ਉਸਨੇ ਪਿੰਡ ਉਹਦੇ ਪਿੰਡ ਦੇ ਸੰਸਕਾਰ ਨਹੀਂ ਹੁੰਦੇ। ਉਹਦੇ ਪਿੰਡ ਦਾ ਸਰਪੰਚ ਕਹਿੰਦਾ ਮੈਂ ਦੁਖੀ ਆ, ਪਿੰਡ ਦੇ ਸਰਪੰਚ ਸੰਸਕਾਰ ਨਹੀਂ ਹੁੰਦੇ। ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਉਹਨੇ ਆਪਣੇ ਪਿੰਡ ਦੇ ਵਿੱਚ ਸੰਸਕਾਰ ਨਹੀਂ ਹੋਣ ਦਾ, ਇਹੋ ਜਿਹੇ ਗਦਾਰ ਬੰਦੇ ਦਾ। ਉਹ ਬਾਬਾ ਜੀ ਲਾਸਟ ਵਾਲਾ ਕਿ ਤੁਹਾਡੇ ਨਾਲ ਰਹਿ ਕਿੰਨੇ ਕੁ ਦਿਨਾਂ ਤੋਂ ਰਿਹਾ ਸੀ? ਬਾਬਾ ਜੀ ਨੇ ਦੱਸਿਆ ਕਿ ਥੋੜੇ ਦਿਨ ਹੋਏ ਸੀ। ਉਹ ਕਿਵੇਂ ਆ ਕੇ ਜਥੇਬੰਦੀ ਦੇ ਨਾਲ ਕਿਵੇਂ ਰਹਿਣ ਲੱਗ ਗਿਆ ਸੀ? ਜਿਵੇਂ ਤੁਸੀਂ ਆਏ ਜੀ, ਤੁਸੀਂ ਕਹੋ ਮੈਂ ਪ੍ਰਸ਼ਾਦਾ ਪਾਣੀ ਛਕਣਾ, ਮੈਂ ਇੱਥੇ ਰਾਤ ਰਹਿਣਾ, ਉਹ ਰਿਹਾ ਵਾ। ਸਵੇਰੇ ਉਹਨੇ ਆਪਣੀ ਬੇਦਬੀ ਕੀਤੀ ਹੈ, ਉਹਦਾ ਮਕਸਦ ਹੋਊਗਾ ਕਿਸੇ ਨੇ ਸਾਜ਼ਿਸ਼ ਰਾਹੀਂ ਭੇਜਿਆ ਹੋਏਗਾ। ਉਹਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਕਸ਼ਹਿਰਾ ਪਾਇਆ ਹੋਇਆ ਸੀ, ਉਹਨੇ ਚੋਲਾ ਵਗੈਰਾ ਵੀ ਪਾਲਿਆ ਸੀ ਜਾਂ ਉਹ ਚੁੱਕੇ ਪਾ ਲਿਆ ਕਿਸੇ ਦਾ, ਚੁੱਕੇ ਪਾ ਲਿਆ ਜੀ ਕਿਸੇ ਦਾ। ਪਾਇਆ ਹੋਇਆ ਇਹਦਾ ਕਿਸ਼ਾਰਾ ਚੁੱਕੇ ਪਾ ਲਿਆ। ਵੀ ਚੋਲਾ ਪਾ ਕੇ ਉਹ ਪੇਸ ਵਿਖਾਉਣ ਦੀ ਕੋਸ਼ਿਸ਼? ਉਹਨੇ ਪੇਸ ਵਟਾ ਕੇ ਵਿਸ਼ਵਾਸ ਬਣਾ ਕੇ ਇੱਥੇ ਆਉਣਾ ਜਾਣਾ ਸ਼ੁਰੂ ਕਰਕੇ ਆ ਗਿਆ, ਕਦੀ ਚਲੇ ਗਿਆ, ਕਦੀ ਆ ਗਿਆ, ਕਦੀ ਚਲੇ ਗਿਆ। ਕਿਸੇ ਨੇ ਪਿਆਰ ਬਣਾ ਕੇ ਤੇ ਉਹਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਾ ਕੇ ਉਹਨੇ ਪੋਥੀ ਮਹਾਰਾਜ ਦਾ ਸਰਬਰ ਦਾ ਜਿਹੜਾ ਗ੍ਰੰਥ ਉਹ ਚੁੱਕਿਆ ਜਿਹੜਾ ਮਹਾਰਾਜ। ਤਾਂ ਕਹਿੰਦੇ ਕਿ ਕਈ ਦਿਨਾਂ ਤੋਂ, ਉਹ ਕੁਝ ਕੁ ਦਿਨਾਂ ਤੋਂ, ਜ਼ਿਆਦਾ ਦਿਨ ਵੀ ਨਹੀਂ ਹੋਏ ਸੀ, ਕੁਝ ਦਿਨਾਂ ਤੋਂ ਇੱਥੇ ਆਇਆ ਔਰ ਕਹਿੰਦੇ ਨੇ ਕਿ ਉਸਨੇ ਉਸੇ ਤਰ੍ਹਾਂ ਦਾ ਬਾਣਾ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਹਾਲਾਂਕਿ ਜਿਹੜਾ ਐਗਜ਼ੈਕਟ ਹਮਲਾ ਉਹ, ਕਿਉਂਕਿ ਕਹਿੰਦੇ ਨੇ ਕਿ ਭੀੜ ਉਸ ਵੇਲੇ ਭੜਕ ਗਈ, ਉਸ ਵੇਲੇ ਗੁੱਸੇ ਦੇ ਵਿੱਚ ਸੀ, ਇੱਥੇ ਜਿਹੜੀ ਸੰਗਤ ਮੌਜੂਦ ਸੀ, ਉਸ ਗੁੱਸੇ ਦੇ ਵਿੱਚ ਕਿਵੇਂ ਇਹ ਸਭ ਵਾਪਰਿਆ ਤਾਂ ਹਾਲਾਂਕਿ ਜਾਂਚ ਦਾ ਵਿਸ਼ਾ। ਪਰ ਇਹ ਜਥੇਬੰਦੀ ਜਿਹੜੀ ਹੈ, ਨਿਹੰਗ ਸਿੰਘ ਜਥੇਬੰਦੀ ਹੈ, ਇਹੀ ਇੱਥੇ ਸੇਵਾ ਕਰ ਰਹੀ ਸੀ, ਇਹੀ ਇੱਥੇ ਮੌਜੂਦ ਸੀ ਇਹਨਾਂ ਦੇ ਮੁਤਾਬਕ। ਔਰ ਉਸ ਸ਼ਖਸ ਨੂੰ ਜਦੋਂ ਲੈ ਕੇ ਆਂਦਾ ਤਾਂ ਉਦੋਂ ਇਹ ਸਿੰਘ ਜਿਹੜੇ ਇੱਥੇ ਮੌਜੂਦ ਸੀ। ਪਰ ਕਹਿੰਦੇ ਨੇ ਕਿ ਉਸ ਭੀੜ ਦੇ ਵਿੱਚ, ਗੁੱਸੇ ਦੇ ਵਿੱਚ ਜੋ ਕੁਝ ਵਾਪਰਿਆ, ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਨੇ ਉਸ ਤੇ ਕਿਰਪਾਨ ਦੇ ਨਾਲ ਵਾਰ ਕੀਤਾ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਾਂ ਭੜਕਾਹਟ ਹੁੰਦੀ ਆ ਤਾਂ ਕਈ ਵਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰਦੀਆਂ ਨੇ। ਫਿਲਹਾਲ ਜਾਂਚ ਚੱਲ ਰਹੀ ਹੈ, ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਇੱਕ ਕਰਕੇ ਸਾਹਮਣੇ ਆਉਣਗੀਆਂ ਕਿ ਆਖਿਰ ਪੂਰੀ ਘਟਨਾ ਕਿਵੇਂ ਵਾਪਰੀ ਹੈ, ਸੀਕੁਐਂਸ ਹੈ ਜਿਹੜਾ ਉਹ ਪੂਰਾ ਸਪਸ਼ਟ ਹੋਵੇਗਾ। जी ठीक है नपिंदर, बहुत बहुत शुक्रिया तमाम गलबात दे लई, धन्नवाद है। और वाकई ही वड्डे सवाल ने और सीधी गलबात जी उन्होंने हंग सिंह और वालों उन्होंने नाल कीती है जिहड़े कि उस वेले मौजूद सी और जिन्हां दे सामने सारा कुछ होया और जिहड़ी जथेबंदी दे नाल ही उत्थे वो मौजूद सी लखबीर सिंह। और फिलहाल दस दईए कि पोस्टमार्टम रिपोर्ट आ गई है और लगातार इस तरह दे नाल खबरां चलदियां रहणगीआं। पर फिलहाल एक छोटा सा ब्रेक लेने।